ਜਿਹੜਾ ਮਨ ਸੰਤ ਹੈ ਉਹ ਬੈਠਦਾ ਹੈ ਨਿਜ ਪਦ ਉੱਪਰ ਜਿੱਥੋਂ ਸ਼ਬਦ ਪ੍ਰਗਟ ਹੋ ਰਿਹਾ ਹੈ। ਉਹ ਨਿਸ਼ਾਨੀ ਹੈ। ਪਾਤਸ਼ਾਹ ਕਹਿੰਦੇ ਨੇ ਤਹਿ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ। ਜਿਹੜੇ ਸੰਤ ਨੇ ਉਹ ਅਨਹਦ ਸ਼ਬਦ ਦੇ ਉੱਪਰ ਆਸਣ ਲਾ ਕੇ ਬੈਠਾ ਹੈ ਤੇ ਜਿਹੜਾ ਜੀਵ ਉਹਦੇ ਕੋਲ ਆਉਂਦਾ ਪਰਮਾਤਮਾ ਨੇ ਉਸਨੂੰ ਥੋੜਾ ਜਿਹਾ ਖਜ਼ਾਨਾ ਦਿੱਤਾ ਹੁੰਦਾ ਹੈ ਵੀ ਜਿਹੜਾ ਵੀ ਮੈਨੂੰ ਮਿਲਣ ਵਾਸਤੇ ਆਏਗਾ ਤੇ ਜਿੱਥੇ ਤੇਰਾ ਆਸਣ ਹੈ ਤੂੰ ਇੱਥੇ ਉਸ ਨੂੰ ਬਿਠਾ ਲੈਣਾ ਹੈ। ਫਿਰ ਮੇਰੇ ਨਾਲ ਸੰਪਰਕ ਕਰਨਾ ਹੈ। ਜੇ ਮੈਨੂੰ ਉਹਦੇ ਤੇ ਪ੍ਰਤੀਤ ਆ ਗਈ ਮੈਂ ਦਰ ਖੋਲ ਕੇ ਅੰਦਰ ਬੁਲਾਵਾਂਗਾ। ਇਸ ਕਰਕੇ ਉਹ ਜਿਹੜੇ ਸੰਤ ਨੇ ਉਹ ਦਰ ਦੇ ਉੱਪਰ ਬੈਠਦਾ ਹੈ ਅਨਹਦ ਸ਼ਬਦ ਉੱਪਰ ਤੇ ਉਹਨੂੰ ਖਜ਼ਾਨਾ ਕਿਹੜਾ ਬਖਸ਼ਿਸ਼ ਕੀਤਾ? ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ। ਤੇ ਜਦੋਂ ਅਸੀਂ ਜਾ ਕੇ ਪੁੱਛਦੇ ਹਾਂ ਮਿਲਣਾ ਚਾਹੁੰਦੇ ਹਾਂ ਕਿਰਪਾ ਕਰੋ ਕਿ ਉਹ ਤਾਂ ਚਾਹੁੰਦੇ ਨੇ ਕੋਈ ਸਾਨੂੰ ਪੁੱਛੇਗਾ ਨਹੀਂ ਤੇ ਜਦੋਂ ਪੁੱਛਦੇ ਹਾਂ ਉਹ ਫਿਰ ਦੱਸਦੇ ਨੇ ਕਹਿੰਦੇ ਕਿੱਥੇ ਬੈਠਾ ਹੋਇਆ। ਜਦੋਂ ਅੰਦਰ ਤੜਪ ਵੱਧਦੀ ਹੈ ਉਹ ਫਿਰ ਦੱਸਦੇ ਨੇ ਕਿੱਥੇ ਬੈਠਾ ਹੈ। ਸੁਨ ਸਮਾਦ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੇ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ। ਉਹਦੇ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਹ ਇਸ ਕਾਇਆ ਦੇ ਅੰਦਰ ਸੁੰਨ ਦੇ ਵਿੱਚ ਸਹਿਜ ਗੁਫਾ ਦੇ ਵਿੱਚ ਤੇ ਸਮਾਧੀ ਲਾ ਕੇ ਬੈਠਾ ਹੋਇਆ। ਜਿਹੜਾ ਵੀ ਗੁਰਮੁਖ ਉੱਤੇ ਜਾਂਦਾ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਤੁਸੀਂ ਵੀ ਚਾਹੁੰਦੇ ਹੋ ਤੇ ਸਹਿਜ ਗੁਫਾ ਦੇ ਵਿੱਚ ਚਲੇ ਜਾਓ ਸੁੰਨ ਵਿੱਚ ਚਲੇ ਜਾਓ ਬੈਠਾ ਹੋਇਆ ਹੈ। ਹੁਣ ਉਹਦੀ ਨਿਸ਼ਾਨੀ ਦੱਸਦੇ ਸੁੰਨ ਸਮਾਧ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੇ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੇ ਹਰਖ ਨ ਸੋਗ ਨ ਜਨਮ ਨ ਮਰਤ। ਇਹ ਸ਼ਿਕਾਇਤ ਦੇ ਅੰਦਰ ਬੈਠਾ ਹੋਇਆ ਜਿਸ ਨੂੰ ਸਹਿਜ ਗੁਫਾ ਦਾ ਨਾਮ ਦੇ ਦਿੱਤਾ ਹੈ ਤੇ ਸਹਿਜ ਗੁਫਾ ਦੇ ਵਿੱਚ ਉਹਦੇ ਇਕੱਲਾ ਹੀ ਬੈਠਾ ਹੈ। ਉਹਦੀ ਨਿਸ਼ਾਨੀ ਹੈ ਉਹ ਸਹਿਜ ਗੁਫਾ ਦੇ ਜਿੱਥੇ ਬੈਠਾ ਹੈ ਉਹਦੇ ਅਗਲੇ ਪਾਸੇ ਸ਼ਬਦ ਵੱਜ ਰਿਹਾ ਹੈ ਤੇ ਨਿਸ਼ਾਨੀ ਦੱਸ ਦਿੱਤੀ ਜਾਂਦੀ ਹੈ। ਹੁਣ ਆਪਾਂ ਮਿਲਣਾ ਚਾਹੁੰਦੇ ਹਾਂ ਕਿਉਂਕਿ ਆਪਣੇ ਅੰਦਰ ਤੜਫ ਹੈ। ਅਸੀਂ ਬੇਨਤੀ ਕਰ ਰਹੇ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਵੀ ਐਨੀਬੋਡੀ ਐਲਸ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗੁਰਬਾਣੀ ਦੀ ਰਚਨਾ ਕੀਤੀ ਤੇ ਗੁਰਬਾਣੀ ਦੇ ਵਿੱਚ 15 ਭਗਤਾਂ ਦੇ ਬਚਨ ਦਰਜ ਕੀਤੇ ਜਿਨ੍ਹਾਂ ਨੇ ਉਸ ਪਾਰ ਬ੍ਰਹਮ ਦੇ ਨਾਲ ਪਰਮਾਤਮਾ ਦੇ ਨਾਲ ਨਿਰੰਕਾਰ ਦੇ ਨਾਲ ਮਿਲਾਪ ਕੀਤਾ ਹੋਇਆ। ਤੇ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਪੁੱਛ ਸਕਦੇ ਹੋ। ਨਾਲ ਆਪਣੇ ਬਚਨ ਦਰਜ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਨੂੰ ਸਤਿਗੁਰੂ ਦਾ ਖਿਤਾਬ ਦੇ ਕੇ ਤੇ ਸਾਨੂੰ ਹੁਕਮ ਕਰ ਦਿੱਤਾ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਲੈ। ਜੇ ਤੁਹਾਡੇ ਅੰਦਰ ਤੜਪ ਵੱਧ ਗਈ ਤੁਹਾਡੇ ਅੰਦਰ ਵੈਰਾਗੀ ਹੋ ਕੇ ਤੁਸੀਂ ਮਿਲਣਾ ਚਾਹੁੰਦੇ ਹੋ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤੇ ਤੁਸੀਂ ਇੱਕ ਓਂਕਾਰ ਤੋਂ ਲੈ ਕਰਕੇ 18 10 20 ਤੱਕ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਖੋਜ ਕੇ ਲੱਭ ਸਕਦੇ ਹੋ ਉਹ ਕਿੱਥੇ ਬੈਠਾ ਹੋਇਆ। ਉਹਨਾਂ ਦੱਸਿਆ ਜੇ ਮਿਲਣਾ ਚਾਹੁੰਦੇ ਹੋ ਤੇ ਕਿੱਥੇ ਬੈਠਾ ਹੈ। ਅਨਹਦ ਵਾਜੇ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦ ਖੇਲਾ ਸਹਿਜ ਗੁਫਾ में ਤਾੜੀ ਲਾਈ ਆਸਣ ਊਚ ਸਵਾਰੇ ਦਿਓ। ਆਂਦੇ ਸਹਿਜ ਗੁਫਾ ਦੇ ਵਿੱਚ ਬੈਠਾ ਹੋਇਆ ਹੈ ਤੇ ਉਹ ਸਹਿਜ ਗੁਫਾ ਦੇ ਵਿੱਚ ਪ੍ਰਵੇਸ਼ ਹੋ ਕੇ ਤੁਸੀਂ ਲੱਭ ਸਕਦੇ ਹੋ ਕਿੱਥੇ ਬੈਠਾ ਹੈ। ਹੁਣ ਦੱਸ ਦਿੱਤਾ ਉਹਨਾਂ ਨੇ ਜਦੋਂ ਦੱਸਿਆ ਵੀ ਸਹਿਜ ਗੁਫਾ ਵਿੱਚ ਹੈ
ਤੇ ਬੇਨਤੀ ਕੀਤੀ ਮਹਾਰਾਜ ਵੀ ਸਾਨੂੰ ਹੁਣ ਸਹਿਜ ਗੁਫਾ ਦਾ ਨਹੀਂ ਪਤਾ, ਇਹ ਸਹਿਜ ਗੁਫਾ ਵਿੱਚ ਪ੍ਰਵੇਸ਼ ਕਿਵੇਂ ਹੋਣਾ ਹੈ, ਕਿਸਾ ਮਿਲਾਪ ਹੋਣਾ ਹੈ, ਕਿੱਥੇ ਬੈਠਾ ਹੈ, ਥੋੜਾ ਖੋਲ ਕੇ ਸਮਝਾਓ। ਤੇ ਉਹ ਸਮਝਾਉਂਦੇ ਨੇ, ਪਾਉਂਦੇ ਭੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਅਲੇਖ ਅਪਾਰੇ ਆਪੇ ਅਲਖ ਲਖਾਏਗਾ। ਤੇ ਅੰਦਰੋਂ ਬੈਠ ਕੇ ਉਸਨੇ ਦਰਵਾਜ਼ਾ ਬੰਦ ਕੀਤਾ ਹੋਇਆ ਹੈ ਤੇ ਬੰਦ ਕਰਕੇ ਤੇ ਗੁਰੂ ਨੂੰ ਸਮਝਾਇਆ ਹੈ ਕਿਵੇਂ ਦਰ ਖੁੱਲਣਾ ਹੈ। ਅੰਤਰ ਕੋਟ ਸਜੇ ਹੱਟ ਲਾਲੇ, ਆਪੇ ਲੇਵੇ ਮਸਤ ਸੰਭਾਲੇ, ਬੱਜਣ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਖੁਲਾਏਗਾ। ਜੇ ਐਵੇਂ ਟੱਕਰਾ ਮਾਰੀ ਜਾਓਗੇ, ਕਹਿੰਦੇ ਭਾਵੇਂ ਸਾਰਾ ਜੀਵਨ ਮਾਰ ਦੇਗਾ, ਨਹੀਂ ਖੁੱਲੇਗਾ, ਪਤਾ ਹੀ ਨਹੀਂ ਲੱਗੇਗਾ। ਅੱਜ ਸਾਰਾ ਸੰਸਾਰ ਭੱਜਾ ਫਿਰਦਾ ਹੈ, ਰਾਮ ਰਾਮ ਕਰਤਾ ਸਭ ਜਗ ਫਿਰੇ। ਗੁਰੂ ਤੋਂ ਬਿਨਾਂ ਆਪਣੀ ਮੱਤ ਦੁਆਰਾ ਖੋਜ ਰਹੇ ਨੇ ਤੇ ਹੌਲੀ ਹੌਲੀ ਥੱਕ ਜਾਂਦੇ ਨੇ। ਮਨ ਮੁਖ ਹਰ ਹਰ ਕਰ ਥੱਕੇ, ਮਲਾਪ ਨਹੀਂ ਹੁੰਦਾ, ਭੇਦ ਨਹੀਂ ਖੁੱਲਦਾ ਵੀ ਕਿੱਥੇ ਬੈਠਾ, ਦਰ ਕਿਵੇਂ ਖੁੱਲੇਗਾ। ਬਹੁਤ ਸਾਰੇ ਜੀਵ ਕੋਸ਼ਿਸ਼ ਕਰਦੇ ਨੇ, ਤਿੰਨ ਤਰ੍ਹਾਂ ਦੇ ਨਾਲ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਿੰਨ ਤਰ੍ਹਾਂ ਦਾ ਯੋਗ ਪ੍ਰਚਲਿਤ ਹੈ ਸੰਸਾਰ ਦੇ ਵਿੱਚ। ਇਹੋ ਨਾਲ ਆਪਣੇ ਅੰਦਰ ਝਾਤੀ ਮਾਰਨੀ ਹੈ, ਅਸੀਂ ਕਿਸ ਤਰ੍ਹਾਂ ਦਾ ਯੋਗ ਕਮਾ ਰਹੇ ਹਾਂ। ਇੱਕ ਪਾਤਸ਼ਾਹ ਨੇ ਦੱਸਿਆ ਹੈ ਮਨ ਹੱਠ ਯੋਗ। ਮਨ ਹੱਠ ਯੋਗ ਹੈ ਜਿਹੜਾ ਸਰੀਰ ਨੂੰ ਦੁੱਖ ਦੇ ਕੇ, ਤਪ ਕਰਕੇ, ਸਰੀਰ ਨੂੰ ਤਪਾ ਕੇ, ਬੜੀ ਬੜੀ ਤਰ੍ਹਾਂ ਦਾ ਤਪ ਹੈ। ਕੋਈ ਅੱਗ ਵਿੱਚ ਬੈਠ ਕੇ, ਕੋਈ ਪਾਣੀ ਵਿੱਚ ਖਲੋ ਕੇ, ਕੋਈ ਪੁੱਠੇ ਲੰਮ ਕੇ, ਕੋਈ ਭੁੱਖੇ ਰਹਿ ਕੇ, ਕੋਈ ਤਨ ਤੋਂ ਕੱਪੜਾ ਉਤਾਰ ਕੇ, ਕੋਈ ਨੰਗੇ ਪੈਰੀ ਰਟਨ ਕਰਕੇ, ਬੜੇ ਬੜੇ ਤਰੀਕੇ ਨਾਲ ਯੋਗ ਸਾਧਨ ਕਰਦਾ ਹੈ ਮਾਲਕ ਨੂੰ ਮਿਲਣ ਵਾਸਤੇ। ਪਾਤਸ਼ਾਹ ਬਾਣੀ ਵਿੱਚ ਬਚਨ ਕਰਦੇ ਨੇ, ਬਨਾਰਸੀ ਤਪ ਕਰੇ ਉਲਟ ਅਗਨ ਦਹੇ ਕਾਇਆ ਕਲਪ ਕੀਤੇ। ਇਹ ਕਾਇਆ ਨੂੰ ਕਲਪ ਕਰਨ ਵਾਸਤੇ, ਮਿਲਣ ਵਾਸਤੇ, ਲੇਕਿਨ ਮਿਲਾਪ ਨਹੀਂ ਹੁੰਦਾ। ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ। ਤੇ ਪਾਤਸ਼ਾਹ ਕਹਿੰਦੇ ਮਨ ਹੱਥ ਕਿਨੇ ਨਾ ਪਾਇਓ, ਸਭ ਥੱਕੀ ਕਰਮ ਕਮਾਏ। ਉਹ ਹੱਠ ਕਰਕੇ ਥੱਕ ਜਾਂਦੇ ਨੇ ਪਰ ਮਿਲੇ ਨਹੀਂ, ਮਿਲਾਪ ਨਹੀਂ ਹੋਇਆ, ਉਮਰਾਂ ਵੱਧਦੀ ਗਈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਕੋਲ ਗਏ ਤੇ ਉਹਨਾਂ ਦੀ ਆਯੂ ਬੜੀ ਲੰਬੀ ਹੋ ਚੁੱਕੀ ਸੀ, ਪਰ ਮਿਲਾਪ ਨਹੀਂ ਸੀ ਹੋਇਆ। ਉਹ ਸਮਾਂ ਸਾਰਾ ਵਿਅਰਥ ਹੀ ਚਲਾ ਗਿਆ। ਦੂਸਰੀ ਤਰ੍ਹਾਂ ਦਾ ਯੋਗ ਹੈ ਮਨਮਤ ਯੋਗ। ਮਨਮਤ ਯੋਗ ਹੈ ਜਿਹਦੇ ਵਿੱਚ ਜੀਵ ਹੱਠ ਤਾਂ ਨਹੀਂ ਕਰਦਾ, ਪਰ ਆਪਣੀ ਮੱਤ ਦੁਆਰਾ ਚੱਲਦਾ ਹੈ। ਆਪਣੀ ਮੱਤ ਦੁਆਰਾ ਹੀ ਤੀਰਥਾਂ ਦਾ ਰਟਨ ਕਰਦਾ ਹੈ, ਆਪਣੀ ਮੱਤ ਦੁਆਰਾ ਦਾਨ ਕਰਦਾ ਹੈ, ਪੁੰਨ ਕਰਦਾ ਹੈ, ਆਪਣੀ ਮੱਤ ਦੁਆਰਾ ਹੀ ਉਹ ਜਾਪ ਕਰਦਾ ਹੈ। ਗੁਰੂ ਕੋਲੋਂ ਵਿਧੀ ਨਹੀਂ ਸਿੱਖਦਾ। ਤੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ ਵੀ ਐਸੀ ਅਵਸਥਾ ਵਿੱਚ ਜਿਹੜਾ ਜੀਵ ਚੱਲਣ ਵਾਲਾ ਹੈ ਮਨਮਤ, ਆਪਣੀ ਮੱਤ ਦੁਆਰਾ ਉਹਦਾ ਵੀ ਮਿਲਾਪ ਨਹੀਂ ਹੁੰਦਾ। ਐਸੀ ਅਵਸਥਾ ਵਿੱਚ ਉਹ ਰਸਨਾ ਦੁਆਰਾ ਤਾਂ ਜਾਪ ਕਰ ਰਿਹਾ ਹੈ, ਹਾਰ ਹਾਰ ਨਿਤ ਕਰੈ ਰਸਨਾ, ਕਹਿਆ ਕਛੂ ਨ ਜਾਣਈ, ਚਿੱਤ ਜਿਨ ਕਾ ਹਿਰਲਿਆ ਮਾਇਆ। ਰਸਨਾ ਦੁਆਰਾ ਜਾਪ ਚੱਲ ਰਿਹਾ ਹੈ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਹਰੀ ਹਰੀ, ਕੋਸ਼ਿਸ਼ ਹੋ ਰਹੀ ਹੈ, ਪਰ ਜਿਹੜਾ ਧਿਆਨ ਹੈ ਉਹ ਮਾਇਆ ਦੇ ਘਰ ਵਿੱਚ ਹੀ ਹੈ। ਚਿੱਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪੈ ਰਵਾਨੀ, ਐਸਾ ਵੀ ਨਹੀਂ ਮਿਲਦਾ। ਇਸ ਵਾਸਤੇ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਕੋਸ਼ਿਸ਼ ਕਰ ਰਹੇ ਨੇ ਸਾਰੇ,
कोई सेवे गुसाइयां कोई अल्लाह है, कारण करण करीम कृपा ताल है। कोई नावे तीरथ कोई हज जाए, कोई करे पूजा कोई सिर नवाए, कोई पढ़े वेद कोई कतेब, कोई ओढ़े नील कोई सफेद, कोई कहे तुर्क कोई कहे हिंदू, कोई बांछे पिछत कोई सरगिंदू। कहो नानक जिन हुक्म पछाता, प्रभ साहिब का तिन भेद जाता। हुक्म नूं पछाणिया नहीं, अपनी मत द्वारा लगा होया है संसार, ऐसा नहीं मिलिया जाएगा। सोचे सोच न हो गई, जे सोचे लख वार। चुप है चुप न हो गई, जे लाए रहा लिपतार। भुखिया भुख न उतरी, जे बन्ना पुरिया पार। सहज सुसियाणपा लख हो है तैंक न चलेगा। ते सवाल पैदा होया किव सचियारा होईए, जे इन्हां साधना नाल नहीं मिलता तो किवें मिलिया जाएगा। किव सचियारा होईए ते किव कूड़े टुटे पार। फिर भरम दा पड़दा किवें पासे होए, वो दर किवें खुले। ते पातशाह ने कहा हुक्म रजाई चलना, हुक्म दे विच आउणा पएगा। ते हुक्म की डेफिनेशन का पता नहीं हुक्म की है। पातशाह कहने लगे हुक्म रजाई चलना नानक लिखे नाल। ते तीसरा फिर पातशाह ने दसिया सहज योग, गुरमत योग। जदों असीं गुरु की शरण विच आउंदे ते गुरु सब तो पहला हुक्म की पछाण कराउंदा है। हुक्म की है, इस संगत विच आए ना, इथों सब तो पहला गुरु ने सानू दसना है एको नाम हुक्म है। हुक्म की है जो पार ब्रह्म दे परमात्मा दे मुख विचों प्रगट हो रही जिहड़ी आवाज है। जदों निरंकार परमात्मा बोलदा ते उन्हां दे मुख दे विचों जिहड़ी धुन पैदा हो रही है, आवाज पैदा हो रही है, जो शब्द है उन्होंने हुक्म किया है। पांदे ने जिन्नी देर तक तुसीं उस हुक्म नूं नहीं सुनदे, जब लग हुक्म न बूझता तब ही लग गया। जिन्नी देर तक हुक्म नूं नहीं बूझांगे उन्नी देर तक ये सारा जीवन व्यर्थ ही चला जाएगा। ये फिर तीसरा पातशाह ने दसिया सहज योग। असीं गुरु की शरण विच आके आपा समर्थ कर दिता ते असीं बेनती की कृपा करो कित्थे बैठा है, असीं मिलना चाहुंदे हां। उस हुक्म का उस शब्द का सानू भेद दिओ, वो नाम कित्थे है जिस द्वारा मिलाप होना है। ते असीं आके बेनती करते हैं ते पुछदे हां, नानक पूछ चलो गुर अपने, जह प्रभ तह ही जाइए। ते जदों बेनती की मिलना चाहुंदे हां, कृपा करो। ते जदों महाराज ने देखा भी तड़फ है, मिलना चाहुंदे ने, उन्होंने दसिया भी सहज गुफा दे विच बैठा होया है, अंदर बैठा होया है, अंदर है तुहाडे, बाहर नहीं है। ते अज तो की करो, गुरमुख होवे सो काया खोजै, और सब परम भलाई। हुण जे तुसीं मिलना है तो अंदर ही इस काया की खोज करो, अंदर है ते अंदर सहज गुफा दे विच बैठा। असीं बेनती की भी ये सहज गुफा कित्थे है, कृपा करो, किवें प्रवेश हो सकते हो। तो आंदे ने तुसीं विचार करो, साडे नाल बैठो, खोज करो। गुर के शब्द के गुफा विचारे, नाम निरंजन अंतर वसे बुलावे। जदों गुरु दे नाल बैठ के विचार करते हाँ ते सानू भेद खुलदा है सहज गुफा कित्थों शुरू होती है, किथे है वो सहज गुफा। ते मारे दस ये ध्यान नाल सुनना, क्योंकि आप सहज गुफा पे जानना है। ते पातशाह समझाउंदे कहंदे हर जीओ गुफा अंदर रख के आवाजा पौड़ बजाए। आ जिहड़ी कौन है दो सुरां दे राही जा रही है,
ये अपनी नाभि तो टकरा के जो वापस आती है, ये सहज गुफा के दर तो टकरा के आती है। सहज गुफा का दर शुरू होता है जिथे अपना मूल द्वार है, ये नाभि है। पातशाह कहते ने हर जीओ गुफा अंदर रख के वाजा पाउण वजाया, वजाया वाजा पाउण नौ द्वारे। जिन्नी देर तक तुसी पाउण दे विच मिले रहोगे, ये नौ तक तुहाडे खुले रहणगे। नौ द्वारे प्रगट किए, 10वां वो दर बंद रहेगा जिथे आप बैठा है। असीं बेनती की किवें खुलेगा, पर तुसी पाउण नूं पार कर दो। जदों तुसी पाउण नूं पार करके दर ते चले गए, जिथों शब्द प्रगट होता है, जिस नूं हर मंदिर कहते हैं, जिस नूं गुरुद्वारा भी कहा है। पर इस पाउण नूं पार करते करते उस स्थान से चले जाओ, गुरुद्वारे लाए भावनी, एक नाम 10वां द्वार दिखाया। तो जो उत्थे चले गए, तै अनेक रूप नाव नाम ने, उतो जो दर खुलेगा नाम प्रगट हो जाएगा। तै अनेक रूप नाव नाम ने, तिसका अंत न जाए पाया। कहे नानक हर प्यारे जियो गुफा अंदर रख के वाजा पाउण जाए। हुण असीं कोशिश करनी है, आओ नाल नाल आपां हर मंदिर की खोज करते जाइए, नाल नाल आपां सहज गुफा च प्रवेश होंदे जाइए। ये हुण बाहरों असीं अंदर जाना है सारे ने। आ अपना द्वार है, इथों हौली हौली अंतर कर चले जाना। जिवें तुसीं पाउण नूं पार करते जाओगे, ये ध्यान नाभ घाट उपर लगता जाएगा। तो जो नाभि ते आसन ला के बैठ गया, उतों साडा शुरू होना है सहज गुफा का द्वार। वो हरि का मंदिर जो पातशाह ने अज आपां नूं समझाउण दा यतन कीता है। आओ किस तरह आपां चलना है, ये शब्द अते सुरत का मार्ग है। ये पाउण नूं पार करने वास्ते गुरु ने आपां नूं मंत्र बख्शिश कीता है। ते असीं कोशिश करनी है, जदों सिमरन करना, ये अपनी आवाज विच ध्यान रखना है। एक बुझारत है, तुसीं सारे ने बुझनी नहीं है। कोई तुहानूं ब्रह्म ज्ञानी संत कोई मिलता है, उन्हें पुछना भी है, तो तुसीं कल नूं दसना भी है आण के। तो फिर आप एक दूसरे का विचार भी करते हैं। पातशाह कहते हैं, पुरख में नार, नार में पुरखा, बूझो ब्रह्म ज्ञानी। ते बुझण का तरीका पातशाह ने दसिया, कह लगे धुन में ध्यान, ध्यान में जाने गुरमुख आकथ कहानी। आओ सारे आप सफर से चलीए। जो आप बेनती कर रहे थे भी कोई आण मिलावे, वो हुण पातशाह ने आपां नूं गुरबाणी अंदर दसिया कित्थे बैठा होया है। जे आपां मिलना चाहुंदे तो आपां नूं उत्थे जाना पेगा। आओ कोशिश करिए। ये पाउण नूं पार करने वास्ते आपां थोड़ा जिहा बैखरी बाणी में सिमरन करना, बैखरी तो फिर मध्यमा विच, मध्यमा तो अंतरगत बसंती बाणी, फिर आपां अपने अंतरगत ध्यान ला के इत्थे पै जाना। इथों फिर आपां अंदर दाखिल होना है सहज गुफा दे विच, वो फिर आपां अगे विचार करते हैं। आओ सारे जने कोशिश करिए। ये शरीर को इत्थे रहन देना है, 9 दरां नूं छड्ड देना है आपां, ते असीं उस हरि के मंदिर में जाना जिथे आ बैठा होया है। इस करके पातशाह कहते हैं, हर मंदिर सोई आखिए जिथों हर जाता है। आओ सारे जने नाल नाल आपां विचार करते जावांगे, नाल नाल आपां उस मंदिर दे विच प्रवेश होंदे जावांगे। आओ सारे जने करो किरपा। वाहिगुरू 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 वाहिगुरू
ਜਦੋਂ ਆਪਾਂ ਬੈਕਰੀ ਤੋਂ ਮਧਮਾ ਤੋਂ ਬਸੰਤੀ ਬਾਣੀ ਵਿੱਚ ਆਉਣਾ ਹੈ, ਫਿਰ ਆਪਣਾ ਧਿਆਨ ਅੰਤਰਗਤ ਟਿਕਾਉਣਾ ਸ਼ੁਰੂ ਕਰ ਦੇਣਾ ਹੈ। ਜਿਵੇਂ ਜਿਵੇਂ ਧਿਆਨ ਅੰਤਰਗਤ ਟਿਕਦਾ ਗਿਆ, ਪਾਤਸ਼ਾਹ ਬਾਣੀ ਚ ਵਚਨ ਕਰਦੇ ਨੇ, ਨਾਮ ਪਵਨ ਕਰ ਆਸਨ ਬੈਸੇ, ਗੁਰਮੁਖ ਖੋਜਤ ਤਤ ਲਹੈ। ਆਪਾਂ ਤਤ ਦੀ ਖੋਜ ਤੇ ਚੱਲੇ ਹਾਂ, ਜੋ ਪਹਿਲੇ ਤਿੰਨਾਂ ਯੁੱਗਾਂ ਵਿੱਚ ਸਾਨੂੰ ਭੇਦ ਨਹੀਂ ਆਇਆ। ਤੇ ਕਿੱਥੇ ਹੈ ਉਹ ਤਤ? ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਪੀਪਾ ਪਰਣਵੈ ਪਰਮ ਤਤ ਹੈ। ਸਤਿਗੁਰੂ ਨੇ ਜਦੋਂ ਧਿਆਨ ਅੰਤਰਗਤ ਟਿਕਣਾ ਸ਼ੁਰੂ ਹੋ ਗਿਆ, ਧਿਆਨ ਅੰਤਰਗਤ ਪ੍ਰਵੇਸ਼ ਹੋਣਾ ਸ਼ੁਰੂ ਹੋ ਗਿਆ, ਤੇ ਧਿਆਨ ਲੱਗਦਾ ਹੈ ਨਾਭ ਕਾਟ ਦੇ ਉੱਪਰ। ਤੇ ਜਦੋਂ ਨਾਭੀ ਤੇ ਧਿਆਨ ਟਿਕੇਗਾ, ਬੈਠੇਗਾ, ਇੱਥੋਂ ਅੰਤਰਗਤ ਫਿਰ ਪ੍ਰਵੇਸ਼ ਸਫਰ ਸ਼ੁਰੂ ਹੋਣਾ ਹੈ ਸ਼ਬਦ ਦੁਆਰਾ ਸਾਡਾ। ਜਦੋਂ ਉੱਥੇ ਅੰਤਰਗਤ ਧਿਆਨ ਟਿਕ ਗਿਆ, ਬੈਠੇ ਹਾਂ, ਤੇ ਫਿਰ ਪਾਤਸ਼ਾਹ ਗੁਰਬਾਣੀ ਵਿੱਚ ਬਚਨ ਸਮਝਾਉਂਦੇ ਨੇ। ਧਿਆਨ ਟਿਕ ਗਿਆ ਸਾਡਾ ਮੂਲ ਦੁਆਰ ਦੇ ਉੱਪਰ। ਪਾਤਸ਼ਾਹ ਕਹਿੰਦੇ ਨੇ, ਮੂਲ ਦੁਆਰੇ ਬੰਧਿਆ ਬੰਦ। ਜਦੋਂ ਇਹ ਪੌਣ ਸੰਭ ਹੋ ਗਈ ਤੇ ਧਿਆਨ ਆਸਣ ਲੱਗ ਜਾਂਦਾ ਹੈ ਨਾਭਕਾਰ ਦੇ ਉੱਪਰ। ਤੇ ਜਦੋਂ ਇੱਥੇ ਆਸਣ ਲੱਗ ਗਿਆ, ਰੱਬ ਉੱਪਰ ਗਿਆ ਰੱਖਿਆ ਚੰਦ। ਇਹ ਜਿਹੜਾ ਸੂਰਜ ਹੈ, ਹੌਲੀ ਹੌਲੀ ਇਹ ਚੰਦਰਮਾ ਵਾਲੇ ਪਾਸੇ ਚਲਾ ਜਾਂਦਾ ਹੈ। ਇੱਥੋਂ ਫਿਰ ਅਸੀਂ ਆਪਣਾ ਜਿਹੜਾ ਧਿਆਨ ਹੈ ਉਹ ਸ਼ਬਦ ਵਾਲੇ ਪਾਸੇ ਲੈ ਜਾਣਾ ਹੈ, ਖੱਬੇ ਪਾਸੇ। ਰੱਬ ਉੱਪਰ ਗਿਆ ਰੱਖਿਆ ਚੰਦ। ਇੱਥੋਂ ਫਿਰ ਸਫ਼ਰ ਕਰਨਾ ਹੈ ਪੱਛਮ ਦੁਆਰੇ ਸੂਰਜ ਤਪੈ। ਪੱਛਮ ਦੁਆਰ ਹੈ ਜੋ ਆਪਣਾ ਪਿਛਲਾ ਪਾਸਾ ਹੈ। ਪੱਛਮ ਦੁਆਰੇ ਸੂਰਜ ਤਪੈ, ਮੇਰ ਡੰਡ ਸਿਰ ਉੱਪਰ ਬਸੈ। ਮੇਰ ਡੰਡ ਹੈ ਆ ਜਿਹੜੀ ਰੀੜ ਦੀ ਹੱਡੀ ਨੂੰ ਕਹਿੰਦੇ ਨੇ। ਮੇਰ ਡੰਡ ਸਿਰ ਉੱਪਰ ਬਸੈ, ਪੱਛਮ ਦੁਆਰੇ ਕੀ ਸਿਲ ਓੜ, ਤੈ ਸਿਰ ਉੱਪਰ ਖਿੜਕੀ ਔਰ, खिड़की ऊपर 10वां द्वार, कहो कबीर ताका अंत न पार। ऐसा फिर गुरमुख शब्द का आसरा लैके जिथे वो बैठा है उन्होंने लभ लेंदे ने। ते जिथे उन्होंने लभ्या, दर्शन किए हरि दे, ते पातशाह कहन लगे, हर मंदिर सोई आखिए जिथों हर जाता, मानस दे गुर बचनी पाया, सब आत्म राम पछाता। पांच ने कोशिश की, गुरु की मत लई, गुरु के बचन को कमाया ते अंदरों लभ लिया। ते जिन्हां ने गुरु का बचन नहीं कमाया, मनमुख हरमंदर की सार न जाननी, तिन्नी जन्म गवाता। वो जिहड़े मनमुख नूं भेद नहीं लगा, वो बाहर ही लभदा रहा, बाहर ही खोजदा रहा। उसनूं हरि दे मंदिर का भेद नहीं आया भी अंदर है। हुण ऐसी अवस्था में जदों गुरमुख जान लगे हौली हौली, तो गुरु नानक देव जी ने देखिया, विचारिया भी ये बड़ा सूक्ष्म खेल है, तो ये जीवन नूं भेद नहीं आएगा हौली हौली। फिर जो विचार उन्होंने हरि दे मंदिर का भेद दिता, ते चलदे चलदे ऐसी विज बनी। गुरु रामदास महाराज सच्चे पातशाह जी ने जदों रामदासपुर विखे ताल कटाया, ते गुरु अर्जन देव महाराज सच्चे पातशाह ने उस हरि दे मंदिर की उत्थे रचना कर दी। ते सानू भेद देण वास्ते पातशाह ने समझाया, दसन लगे, हर जपे, हर मंदिर साजिया, संत भगत गुण गावे राम। पांडवे जिस तरह परमात्मा ने ये जिहड़ा काया है, जिथे आप बैठा है, हरि ने मंदिर बनाया है। हर मंदिर एहो शरीर है, ज्ञान रतन प्रगट होए, मानमुख मूल न जाने, मानसर मंदिर न होए। ओदा भेद देण वास्ते भी अंदर मालिक किथे बैठा है, गुरु अर्जन देव जी ने सरोवर के ऐन विचकार हरि दे मंदिर की रचना की। जिहड़ा सरोवर है उन्होंने सुन सरोवर का नाम दिता गया।
जिस तरह सुन दे विच मालक आ बैठा होया है, जिहदी आपां पहलां विचार कीती है, सुन समाध गुफा ते आसन। जिथे सुन सरोवर दे विच आ बैठा है, सुन विच ते बाहरों भेज दिता गया, उस सुन सरोवर के अंदर हरि का मंदिर तैयार किया गया कि इत्थे जग्यासू आउणगे ते उन्हां नूं संत जन गुरमुख जन भेज देणगे कि किस तरह उन्होंने इथों तन करके दर्शन करने ने ते अंदरों मन करके किवें प्रवेश होना है। पातशाह बचन करदे, हर जपे हर मंदिर साजिया, संत भगत गुण गावे राम। सिमर सिमर स्वामी प्रभ अपना, सगले पाप तजावे राम। जिस हुण आपां संगत रूप विच बैठते हैं ते संगत रूप दे विच बैठ के सिमरन करते हैं ते साडे कलमल जिहड़े किले किले पाप दूर होंदे ने। इसे तरह जदों मन अंतर मुखी होके शब्द दे नाल जुड़दा है ते पिछले जन्मां दे कीते हुए जिहड़े पाप ने वो भी खंडन हो जाते हैं। कहते ने जदों ये अंदर प्रवेश होणगे ते इन्हां दे पिछले जन्मां दे पाप जिहड़े ने वो भी खत्म हो जाएंगे। ते किवें होणगे? हर गुण गाए परम पद पाया, प्रभ की उत्तम बाणी। और नाल नाल तुसीं देखी जाना है नक्शा सारा। तुहाडे विचों बहुत सारे गुरमुख सचखंड श्री हरमंदर साहिब दर्शन करने वास्ते गए होणगे ते जदों असीं उत्थे प्रवेश हुंदे हां ते परिक्रमा करते हुए जदों आपां हरमंदर साहिब विच सचखंड में दर्शन करने वास्ते प्रवेश होना है तो जिहड़ा रस्ता है दर्शन डेड़ी वाला वो पश्चिम वाले पासे है, उधर सूरज अस्त होता है। इसी तरह आपां नूं दस्सिया है पश्चिम द्वारे सूरज तपै, मेर डंड सिर ऊपर बसै, पश्चिम द्वारे की सिर ओढ़, तैसिर ऊपर खिड़की और खिड़की ऊपर दसवां द्वार, कहो कबीर ताका अंत न पास। इत्थे जदों आपां प्रवेश हुंदे हां शब्द द्वारा ते अंदर निरंकार दे परमात्मा दे दर्शन करते हैं ते सन्मुख होके नाल जिहड़ा मन है वो अनहद बाणी नूं सुणदा है। गुरु अर्जन देव महाराज सच्चे पातशाह ने जदों हरमंदर साहिब की रचना की ते हरमंदर साहिब की रचना करन तो उपरंत उस अस्थान ते जिस तरह अपने अंदर निरंकार का प्रकाश है ते उस अस्थान के उपर जो गुरबाणी एकत्र करवाई सी पोथी नूं परमेश्वर का नाम दे दिता भी आपां उत्थे अंदर प्रवेश होवांगे ते पोथी दे दर्शन करांगे। उस वक्त पातशाह ने जिहड़ी गुरबाणी एकत्र करवाई उस नूं पोथी सब्किया ते वचन कीता, पोथी परमेश्वर का थान, साध संग गावे गुण गोबिंद, पूरन ब्रह्म ज्ञान। जदों साडा मन 10वें द्वार विच आसन ला लैंदा है, इहनूं शिवपुरी भी कहते हैं, आगामो भी कहते हैं, जिथे आपां कल भी विचार कर रहे थे, जिथे साके साडा जन्म हुंदा है, इथों सानूं ब्रह्म की सोझी आउणी शुरू हो जाती है। शिव की पुरी बसे बुधसार, तै तो मिलकर करो विचार, ई दूत की सोझी परे। उथों का सारा जिहड़ा हाल है निज घर का, थिर घर का, ब्रह्म का, वो सारा गुरबाणी दे विच पातशाह ने अंकित किया होया है। इस करके जो श्री गुरु ग्रंथ साहिब की गुरबाणी है ये भी सारा ब्रह्म ज्ञान है। लोग जाने ये गीत है, ये तो ब्रह्म विचार। वो सारी जिहड़ी ब्रह्म विचार सी, ब्रह्म का ज्ञान सी, उत्थे पोथी का प्रकाश किया गया। जदों आपां दर्शन करते हाँ, अंदर प्रवेश होंदे हाँ, तो उत्थे जदों दर्शन करते पातशाह बचन करते ने, पोथी परमेश्वर का थान, साध संग गावे गुण गोबिंद, पूरन ब्रह्म ज्ञान। श्री गुरु ग्रंथ साहिब की जो गुरबाणी है ये सारी निज घर की गाथा है। ये सारे ही ब्रह्म के वचन ने, जिन्हां गुरमुखां ने पार ब्रह्म नाल मिलाप किया उन्होंने ये गुरबाणी प्रगट की है। इस करके जदों आपां अंदर दर्शन करते हरमंदर साहिब दे विच
ਉੱਥੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੁੰਦਾ ਹੈ ਤੇ ਪਾਤਸ਼ਾਹ ਬਚਨ ਕਰਦੇ ਨੇ, ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ। ਉੱਥੇ ਜਦੋਂ ਆਪਾਂ ਦਰਸ਼ਨ ਕਰਦੇ ਤੇ ਨਾਲ ਹੀ ਖੱਬੇ ਪਾਸੇ ਲਗਾਤਾਰ ਕੀਰਤਨ ਹੋ ਰਿਹਾ ਹੈ ਜਦੋਂ ਆਪਾਂ ਪ੍ਰਵੇਸ਼ ਕਰਦੇ ਹਾਂ। ਇਸ ਅਵਸਥਾ ਦੇ ਵਿੱਚ ਜਦੋਂ ਆਪਾਂ ਦਰਸ਼ਨ ਕਰਦੇ ਤੇ ਜਿੱਥੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ, ਇਥੋਂ ਜਦੋਂ ਮਨ ਅੰਦਰ ਪ੍ਰਵੇਸ਼ ਹੁੰਦਾ ਹੈ ਤੇ ਨਾਲ ਹੀ ਅਨਹਦ ਬਾਣੀ ਨੂੰ ਸਰਵਣ ਕਰਦਾ ਹੈ ਤੇ ਪਾਤਸ਼ਾਹ ਗੁਰਬਾਣੀ ਵਿੱਚ ਉਹਦੀ ਨਿਸ਼ਾਨੀ ਨਾਲ ਨਾਲ ਦੱਸੀ ਜਾਂਦੇ ਨੇ। ਨੌ ਦਾ ਰਖਾ ਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਉਣੇ। ਜਦੋਂ ਆਪਾਂ ਇਧਰੋਂ ਪ੍ਰਵੇਸ਼ ਕਰਦੇ ਹਾਂ ਅੰਦਰ ਲਗਾਤਾਰ ਅਨਹਦ ਬਾਣੀ ਆਪਾਂ ਨੂੰ ਸੁਣਾਈ ਦੇਣ ਲੱਗ ਜਾਂਦੀ ਹੈ, ਅਨਹਦ ਸ਼ਬਦ ਸੁਣਾਈ ਦੇਣੇ ਸ਼ੁਰੂ ਹੋ ਜਾਂਦੇ ਨੇ, ਜਿਸ ਨੂੰ ਪਾਤਸ਼ਾਹ ਬਾਣੀ ਅੰਦਰ ਸਮਝਾਉਂਦੇ ਨੇ ਕਿ ਐਸੀ ਅਵਸਥਾ ਜਿੱਥੇ ਬਣਦੀ ਹੈ ਉਥੋਂ ਅਸੀਂ ਗੁਰਮਤ ਦੇ ਵਿੱਚ ਹੁੰਦੇ ਹਾਂ। ਪੰਚੇ ਸ਼ਬਦ ਵਜੇ ਮਤਿ ਗੁਰਮਤ, ਵਡਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਤੇ ਜਦੋਂ ਆਪਾਂ ਸਤਿਗੁਰ ਦੇ ਸਨਮੁਖ ਪ੍ਰਵੇਸ਼ ਹੁੰਦੇ ਹਾਂ ਉੱਥੇ ਲਗਾਤਾਰ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋ ਰਿਹਾ ਹੈ ਲਗਾਤਾਰ। ਤੇ ਪਾਤਸ਼ਾਹ ਫਰਮਾਉਂਦੇ, ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਭ ਕੀ ਊਤਮ ਬਾਣੀ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਕਥੀ ਆਕਥ ਕਹਾਣੀ। ਉਥੋਂ ਫਿਰ ਮਾਲਕ ਕਿਰਪਾ ਕਰਦੇ, ਜਦੋਂ ਅਸੀਂ ਉਹ ਅੰਮ੍ਰਿਤਮਈ ਗੁਰਬਾਣੀ ਨੂੰ ਸੁਣਦੇ ਤੇ ਉਹ ਸਾਨੂੰ ਮਿੱਠੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਗੁਰਬਾਣੀ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਨੂੰ ਆਪਣੇ ਘਰ ਦਾ ਭੇਦ ਮਿਲਣਾ ਸ਼ੁਰੂ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਜਦੋਂ ਆਪਾਂ ਉੱਥੋਂ ਦਰਸ਼ਨ ਕਰਦੇ ਹਾਂ ਤੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤੇ ਅਗਲੇ ਪਾਸੇ ਹਰ ਹਰ ਦੀ ਪੌੜੀ ਬਣਾਈ ਹੋਈ ਹੈ। ਇਸੇ ਤਰ੍ਹਾਂ ਜਦੋਂ ਇੱਧਰੋਂ ਦਰਸ਼ਨ ਕਰਕੇ ਅਸੀਂ ਅੱਗੇ ਆਉਂਦੇ ਹਾਂ, ਇੱਥੇ ਫਿਰ ਅੰਮ੍ਰਿਤ ਦਾ ਕੁੰਡ ਭਰਿਆ ਹੋਇਆ ਹੈ ਸਾਡੇ। ਤੇ ਜਦੋਂ ਅਸੀਂ ਇੱਥੇ ਪ੍ਰਵੇਸ਼ ਹੁੰਦੇ ਹਾਂ ਪਾਤਸ਼ਾਹ ਕਹਿੰਦੇ, ਅੰਤਰ ਖੂੰਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ। ਜਦੋਂ ਆਪਾਂ ਦਰਸ਼ਨ ਕਰਕੇ ਬਾਹਰ ਨਿਕਲਦੇ ਜਿਸ ਤਰ੍ਹਾਂ ਹਲਕੀ ਪੌੜੀ ਤੋਂ ਚੁਲਾ ਲੈਂਦੇ ਹਾਂ, ਇਸੇ ਤਰ੍ਹਾਂ ਜਦੋਂ ਮਨ ਸਾਡਾ ਸ਼ਬਦ ਵਿੱਚ ਸਮਾ ਕੇ ਕੰਮ ਵਿੱਚ ਆਉਂਦਾ, ਇਥੋਂ ਫਿਰ ਅੰਮ੍ਰਿਤ ਧਾਰਾ ਆਉਂਦੀ ਹੈ। ਨਿਜ ਘਰ ਧਾਰ ਚੋਏ ਅਤ ਨਿਰਮਲ, ਜਿਨ ਪੀਆ ਤਿਨ ਹੀ ਸੁਖ ਲਿਆ। ਫਿਰ ਉਥੋਂ ਮੁੱਖ ਦੇ ਵਿੱਚ ਮਿੱਠਾ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਹੈ, ਮਿਠਾਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਉਹਦੀ ਨਿਸ਼ਾਨੀ ਨਾਲ ਨਾਲ ਪਾਤਸ਼ਾਹ ਦੱਸਦੇ ਨੇ, ਅੰਮ੍ਰਿਤ ਰਸ ਸਤਿਗੁਰੂ ਚੋਂ ਆਇਆ, 10ਵੇਂ ਦੁਆਰੇ ਪ੍ਰਗਟ ਹੋਇਆ ਆਇਆ, ਅਨਹਦ ਸ਼ਬਦ ਵਜੇ ਧੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਉਥੋਂ ਫਿਰ ਜਦੋਂ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਗਿਆ, ਉਥੋਂ ਫਿਰ ਅਸੀਂ ਦਰਸ਼ਨ ਕਰਕੇ ਬਾਹਰ ਨਿਕਲਦੇ। ਇਸੇ ਤਰ੍ਹਾਂ ਹੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦੱਸਣ ਲੱਗੇ, ਕਹਿੰਦੇ ਇਹ ਮਾਲਕ ਨੇ ਆਪ ਕਿਰਪਾ ਕੀਤੀ ਹੈ, ਕਹਿੰਦੇ ਨੇ ਆਪ ਹੀ ਉਸਨੇ ਇਹ ਸਾਰੀ ਕਲਾ ਵਰਤਾਈ ਹੈ ਤੇ ਉਹਨਾਂ ਨੇ ਕਿਰਪਾ ਕਰਕੇ ਇਹ ਹਰੀ ਦੇ ਮੰਤਰ ਦੀ ਆਪ ਨੀਂਹ ਰਖਾ ਕੇ ਇਹ ਜੋ ਹਰੀ ਦਾ ਮੰਤਰ ਤਿਆਰ ਕਰਵਾਇਆ ਤੇ ਬਚਨ ਕਰਦੇ, ਭਲਾ ਸੰਜੋਗ ਮੂਰਤ ਭਲ ਸਾਚਾ। ਕਹਿੰਦੇ ਉਹ ਸਮਾਂ ਜਿਹੜਾ ਸੀ ਭਲਾ ਸੀ, ਉਹ ਸੰਗਤ ਦਾ ਸੰਜੋਗ ਭਲਾ ਸੀ, ਅਬਚਲ ਨੀਂਹ ਰਖਾਈ। ਜਦੋਂ ਮਾਲਕ ਨੇ ਕਿਰਪਾ ਕਰਕੇ ਇਹ ਸਾਰਾ ਹਰੀ ਦੇ ਮੰਦਰ ਦਾ, ਇਹ ਨਿਜ ਘਰ ਦਾ ਇਹ ਜਿਹੜਾ ਨਕਸ਼ਾ ਸਾਰਾ ਖਿੱਚਿਆ ਗਿਆ, ਕਹਿੰਦੇ ਇਹ ਮਾਲਕ ਨੇ ਆਪ ਬਖਸ਼ਿਸ਼ ਕੀਤੀ ਹੈ। ਜਨ ਨਾਨਕ ਕੋ ਪ੍ਰਭ ਭੈ ਦਿਆਲਾ, ਸਰਬ ਕਲਾ ਬਣਾਈ। ਉਹਦੇ ਸਾਰੀ ਕਲਾ ਪਰਮੇਸ਼ਰ ਨੇ ਆਪ ਵਰਤਾਈ ਹੈ। ਉਹਨਾਂ ਨੇ ਆਪ ਕਲਾ ਵਰਤਾ ਕੇ ਜਿਸ ਤਰ੍ਹਾਂ ਇਹ ਕਾਇਆ ਦੀ ਉਹਨਾਂ ਆਪ ਰਚਨਾ ਕੀਤੀ, ਉਸੇ ਤਰ੍ਹਾਂ ਹੀ ਇਹ ਹਰੀ ਦੇ ਮੰਦਰ ਦੀ ਰਚਨਾ ਕਰਦੇ ਹੋਏ ਤੇ ਸੰਸਾਰ ਦੇ ਜੀਵਾਂ ਨੂੰ ਉਸ ਘਰ ਦਾ ਭੇਦ ਦੇਣਾ ਸ਼ੁਰੂ ਕੀਤਾ ਜਿੱਥੋਂ ਅਸੀਂ ਸਾਰੇ ਵਿਛੜੇ ਹੋਏ। ਉਸ ਘਰ ਦੇ ਵਿੱਚ ਆਉਣ ਜਾਣ ਦਾ ਸਾਨੂੰ ਉਹ ਜਿਹੜਾ ਰਸਤਾ ਸੀ ਉਹ ਬਖਸ਼ਿਸ਼ ਕਰ ਦਿੱਤਾ। ਸੋ ਐਸੀ ਕਿਰਪਾ ਕਰ ਦਿੱਤੀ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਹਰ ਮੰਦਰ में हर वसे सर्व निरंतर सोए, नानक गुरमुख वंदिए सच्चा सौदा होए। इस करके एक काया हरि का मंदिर है।
ਬੇਨਤੀ ਹੈ ਕਿ ਕਈ ਅਗਿਆਨਤਾ ਦੇ ਵਿੱਚ ਇਸ ਹਰੀ ਦੇ ਮੰਦਰ ਦੇ ਵਿੱਚ ਜ਼ਹਿਰ ਸੁੱਟਦੇ ਨੇ, ਨਸ਼ਾ ਸੁੱਟਦੇ ਨੇ, ਬੀੜੀ ਪੀਂਦੇ ਨੇ, ਸ਼ਰਾਬ ਪੀਂਦੇ ਨੇ, ਕੋਈ ਹੋਰ ਸੇਵਨ ਕਰਦੇ ਨੇ। ਤੇ ਜਦੋਂ ਐਸੀ ਅਵਸਥਾ ਜਿੱਥੇ ਆਪ ਬੈਠਾ ਹੈ ਸੁੱਟਦੇ ਹਾਂ ਤੇ ਸਜ਼ਾ ਦਾ ਭਾਗੀਦਾਰ ਬਣਾਂਗੇ। ਇਸ ਕਰਕੇ ਪਾਤਸ਼ਾਹ ਬਚਨ ਕਰਦੇ ਨੇ, ਭਾਂਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਏ, ਤੀਰਥ ਵਰਤ ਨੇਮ ਕੀਏ, ਸਭੇ ਔਰ ਸੰਤਾਂ ਜਾਏ। दूसरी बेनती है कि जो गुरु अर्जन देव महाराज सच्चे पातशाह ने ਅੰਮ੍ਰਿਤਸਰ ਦੀ ਧਰਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ, ਅਸੀਂ ਹਮੇਸ਼ਾ ਉਸ ਅਸਥਾਨ ਨੂੰ ਹਰਿਮੰਦਰ ਸਾਹਿਬ ਹੀ ਸੱਦਣਾ ਹੈ। ਕਈ ਦਫਾ ਜੀ ਗੋਲਡਨ ਟੈਂਪਲ ਕਹਿੰਦੇ ਨੇ, ਸਵਰਨ ਮੰਦਰ ਕਹਿੰਦੇ ਨੇ। ਉਸ ਅਵਸਥਾ ਵਿੱਚ ਅਸੀਂ ਇਹ ਬਚਨ ਨਹੀਂ ਕਰਨਾ, ਕਿਉਂਕਿ ਉਹ ਹਰੀ ਦਾ ਮੰਦਰ ਹੈ। ਉਹ ਨਿਰੰਕਾਰ ਪਰਮਾਤਮਾ ਜਿਸ ਤਰ੍ਹਾਂ ਇਸ ਕਾਇਮ ਵਿੱਚ ਵਸ ਰਿਹਾ, ਉਹ ਸਾਰਾ ਹੀ ਭੇਦ ਸਾਨੂੰ ਉੱਥੇ ਬਖਸ਼ਿਸ਼ ਕੀਤਾ ਹੋਇਆ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਡੇ ਤੇ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਕਲਯੁਗੀ ਜੀਵਾਂ ਨੂੰ ਉਸ ਨਿਜ ਘਰ ਦਾ ਭੇਦ ਦੇਣ ਵਾਸਤੇ ਇਹ ਐਸਾ ਸਮਾਂ, ਐਸਾ ਸੰਯੋਗ ਬਖਸ਼ਿਸ਼ ਕੀਤਾ ਹੈ। ਆਪਾਂ ਭਰਪੂਰ ਲਾਹਾ ਪ੍ਰਾਪਤ ਕਰਨਾ ਹੈ ਸਾਰਿਆਂ ਨੇ ਕਿ ਆਪਣੇ ਇਸ ਜੀਵਨ ਕਾਲ ਦੇ ਵਿੱਚ ਵਿਚਰਦੇ ਹੋਏ ਅਸੀਂ ਆਪਣੇ ਨਿਜ ਘਰ ਦੇ ਵਿੱਚ, ਥਿਰ ਘਰ ਦੇ ਵਿੱਚ ਆਉਣਾ ਜਾਣਾ ਬਣਾਈਏ ਤੇ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਕਰੀਏ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਸਾਰੇ ਜਣੇ ਰਲ ਕੇ, ਚੱਲਦੇ ਫਿਰਦੇ ਬਹਿੰਦੇ ਉੱਠਦੇ ਹਰ ਵਕਤ ਹੀ ਗੁਰੂ ਦੇ ਮੰਤਰ ਦਾ ਜਿਹੜਾ ਜਾਪ ਹੈ